ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਘੋਰ ਅੰਧਾਰ ਦਾ ਅਰਥ ਬਣਦੇ ਅਗਿਆਨ। ਗੁਰੂ ਤੋਂ ਬਗੈਰ ਸਾਡੇ ਅੰਦਰ ਤੇ ਇਸ ਸੰਸਾਰ ਦੇ ਵਿੱਚ ਅਗਿਆਨ ਹੀ ਅਗਿਆਨ ਹੈ। ਹੁਣ ਅਗਿਆਨ ਕੀ ਹੈ? ਅਗਿਆਨ ਕਹਿੰਦੇ ਕਿਹਨੂੰ ਹਨ? ਇਹ ਆਪਾਂ ਗੁਰੂ ਦੀ ਕਿਰਪਾ ਨਾਲ ਜਾਣਾਂਗੇ ਕਿ ਅਗਿਆਨ ਹੁੰਦਾ ਕੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਇਹ ਅੱਖਰ ਬਹੁਤ ਵਾਰ ਆਇਆ ਹੈ, ਅਗਿਆਨ। ਧੰਨ ਗੁਰੂ ਪਿਤਾ ਨੇ ਆਖਿਆ ਹੈ ਨਾ ਬਾਣੀ ਦੇ ਵਿੱਚ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਅਗਿਆਨ ਕੀ ਹੈ? ਸੰਤ ਜਨਾਂ ਨੇ, ਮਹਾਂਪੁਰਖਾਂ ਨੇ ਇਹਦਾ ਖੁਲਾਸਾ ਕੀਤਾ ਹੈ ਕਿ ਜਿਹੜਾ ਅਗਿਆਨ ਹੈ ਨਾ, ਅਗਿਆਨ ਹੈ ਵੀ ਅਤੇ ਗਿਆਨ ਨਹੀਂ ਵੀ ਹੈ। ਅਗਿਆਨ ਹੈ ਤੇ ਨਹੀਂ ਵੀ ਹੈ, ਦੋ ਚੀਜ਼ਾਂ। ਅਗਿਆਨ ਜਿਹੜਾ ਆਪਾਂ ਆਖਦੇ ਹਾਂ ਨਾ ਕਿ ਅਗਿਆਨ ਬਿਲਕੁਲ ਵੀ ਨਹੀਂ, ਇਹਦਾ ਮਤਲਬ ਬਣਦਾ ਹੈ ਕਿ ਅਗਿਆਨ ਦੀ ਕੋਈ ਹੋਂਦ ਨਹੀਂ ਹੈ। ਕੋਈ ਹੋਂਦ ਨਹੀਂ ਹੈ ਅਗਿਆਨ ਦੀ। ਅਗਿਆਨ ਕਿਹਨੂੰ ਆਖਿਆ ਜਾਂਦਾ ਹੈ? ਅਗਿਆਨ ਆਖਦੇ ਹਨ ਮਾਇਆ ਨੂੰ। ਅਗਿਆਨ ਆਖਦੇ ਹਨ ਹਨੇਰੇ ਨੂੰ। ਇਹ ਸਾਰਾ ਕੁਝ ਅਗਿਆਨ ਹੀ ਹੈ। ਤੇ ਮਾਇਆ ਕੌਣ ਹੈ? ਮਾਇਆ, ਅਵਿਦਿਆ, ਹਨੇਰਾ, ਇਹਨੂੰ ਸਾਰਾ ਕੁਝ ਅਗਿਆਨ ਹੀ ਆਖਦੇ ਹਨ। ਤਾਂ ਹੁਣ ਮਾਇਆ ਕੀ ਹੈ? ਅਗਿਆਨ ਕੀ ਹੈ? ਅਗਿਆਨ ਹੈ, ਸਤਿਗੁਰ ਨੇ ਬਾਣੀ ਵਿੱਚ ਆਖਿਆ, ਮਹਾ ਮਾਇਆ ਤਾ ਕੀ ਹੈ ਛਾਇਆ। ਇਹ ਜਿਹੜਾ ਅਗਿਆਨ ਹੈ ਨਾ, ਹਨੇਰਾ, ਅਵਿਦਿਆ, ਮਾਇਆ, ਇਹ ਉਸ ਪਰਮੇਸ਼ਰ ਦਾ ਪਰਛਾਵਾਂ ਹੈ। ਪਰਮੇਸ਼ਰ ਦਾ ਪਰਛਾਵਾਂ, ਤੇ ਪਰਛਾਵਾਂ ਹੈ ਤੇ ਨਹੀਂ ਵੀ ਹੈ। ਜਿਸ ਤਰ੍ਹਾਂ ਕਿ ਰੁੱਖ ਨਹੀਂ ਹੁੰਦਾ, ਜਦੋਂ ਧੁੱਪ ਚੜ੍ਹਦੀ ਹੈ ਰੁੱਖ ਦਾ ਪਰਛਾਵਾਂ ਆਉਂਦਾ ਹੈ। ਰੁੱਖ ਤੇ ਕਾਇਮ ਰਹਿੰਦਾ ਹੈ, ਪਰ ਉਹਦਾ ਜਿਹੜਾ ਪਰਛਾਵਾਂ ਹੈ ਉਹ ਕਾਇਮ ਨਹੀਂ ਰਹਿੰਦਾ। ਪਰਛਾਵਾਂ ਸਮਾਂ ਪਾ ਕੇ ਖਤਮ ਹੋ ਜਾਂਦਾ ਹੈ। ਜਿਸ ਤਰ੍ਹਾਂ ਧੂਏਂ ਦਾ ਕੋਈ ਆਕਾਰ ਨਹੀਂ, ਇਸੇ ਤਰ੍ਹਾਂ ਜਿਹੜਾ ਅਗਿਆਨ ਹੈ, ਜਿਹੜੀ ਮਾਇਆ ਹੈ, ਜਿਹੜੀ ਅਵਿਦਿਆ ਹੈ, ਜਿਹੜਾ ਹਨੇਰਾ ਹੈ, ਇਹਦੀ ਵੀ ਬਹੁਤੀ ਹੋਂਦ ਨਹੀਂ ਹੈ। ਕੋਈ ਹੋਂਦ ਨਹੀਂ ਹੈ ਇਹਦੀ, ਕਿਉਂਕਿ ਇਹ ਉਸ ਮਾਲਕ ਦਾ ਪਰਛਾਵਾਂ ਹੈ, ਬ੍ਰਹਮ ਦਾ ਪਰਛਾਵਾਂ ਹੈ, ਬ੍ਰਹਮ ਦਾ। ਇਸ ਲਈ ਅਗਿਆਨ, ਅਵਿਦਿਆ, ਹਨੇਰਾ, ਮਾਇਆ ਹੈ ਵੀ ਤੇ ਨਹੀਂ ਵੀ ਹੈ। ਜੋ ਆਪਾਂ ਆਖਿਆ ਹੈ ਨਾ ਕਿ ਅਗਿਆਨ, ਅਵਿਦਿਆ, ਹਨੇਰਾ ਨਹੀਂ ਹੈ, ਇਹਦਾ ਮਤਲਬ ਹੈ ਕਿ ਵੇਖੋ ਕਿ ਜਦੋਂ ਹਨੇਰੇ ਦੇ ਵਿੱਚ ਪ੍ਰਕਾਸ਼ ਹੋ ਜਾਵੇ ਤੇ ਹਨੇਰਾ ਰਹਿੰਦਾ ਹੈ? ਹਨੇਰੇ ਨੂੰ ਨਾ ਆਪਾਂ ਫੜ ਸਕਦੇ ਹਾਂ। ਹਨੇਰਾ ਕੋਈ ਵਸਤੂ ਥੋੜ੍ਹਾ ਹੈ। ਅਗਿਆਨ, ਹਨੇਰੇ ਨੂੰ ਨਾ ਆਪਾਂ ਫੜ ਸਕਦੇ ਹਾਂ, ਨਾ ਉਹਨੂੰ ਸੁਣ ਸਕਦੇ ਹਾਂ, ਨਾ ਉਹਨੂੰ ਆਪਾਂ ਗਲਵੱਕੜੀ ਵਿੱਚ ਲੈ ਸਕਦੇ ਹਾਂ, ਤੇ ਨਾ ਹੀ ਆਪਾਂ ਉਹਨੂੰ ਵੇਖ ਸਕਦੇ ਹਾਂ, ਹਨੇਰੇ ਨੂੰ। ਹੁਣ ਇੱਥੇ ਆਪਾਂ ਆਖਾਂਗੇ ਹਨੇਰਾ ਤੇ ਸਾਨੂੰ ਦਿਸਦਾ ਏ। ਅਸਲ ਵਿੱਚ ਜੋ ਹਨੇਰਾ ਆਪਾਂ ਵੇਖਦੇ ਹਾਂ ਨਾ, ਇਹ ਹਨੇਰਾ ਇਸੇ ਕਰਕੇ ਹੀ ਹੈ ਕਿਉਂਕਿ ਸਾਡੇ ਕੋਲ ਪ੍ਰਕਾਸ਼ ਨਹੀਂ। ਜੇ ਪ੍ਰਕਾਸ਼ ਹੋ ਜਾਵੇ ਤੇ ਹਨੇਰਾ ਉਸੇ ਵੇਲੇ ਹੀ ਉੱਡ ਜਾਂਦਾ ਹੈ, ਉਸੇ ਵੇਲੇ।
ਇਸ ਲਈ ਇਹ ਜਿਹੜਾ ਹਨੇਰਾ ਹੈ ਨਾ, ਅਗਿਆਨ ਦਾ ਹਨੇਰਾ, ਇਹ ਪਰਮਾਤਮਾ ਦਾ ਜਿਹੜਾ ਨਾਮ ਹੈ, ਉਹਦੇ ਨਾਮ ਦਾ ਜਿਹੜਾ ਪ੍ਰਕਾਸ਼ ਹੈ, ਪ੍ਰਕਾਸ਼ ਦੀ ਜਿਹੜੀ ਗੈਰ ਹਾਜ਼ਰੀ ਹੈ, ਪਰਮਾਤਮਾ ਦੇ ਪ੍ਰਕਾਸ਼ ਦੀ ਗੈਰ ਹਾਜ਼ਰੀ ਦਾ ਹੀ ਨਾਮ ਹਨੇਰਾ ਹੈ। ਜਿੰਨੇ ਸਮੇਂ ਤੱਕ ਪਰਮਾਤਮਾ ਦਾ ਨਾਮ ਦਾ ਸਾਡੇ ਅੰਦਰ ਪ੍ਰਕਾਸ਼ ਨਹੀਂ, ਓਨੇ ਸਮੇਂ ਤੱਕ ਹਨੇਰਾ। ਇਸੇ ਕਰਕੇ ਤੇ ਸਤਿਗੁਰ ਨੇ ਆਖਿਆ, ਜੇ ਸੋ ਚੰਦਾ ਉਗਵਹਿ ਸੂਰਗ ਚੜ੍ਹੇ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਭਾਵੇਂ ਬ੍ਰਹਿਮੰਡ ਦੇ ਅੰਦਰ ਕਈ ਕਰੋੜਾਂ ਚੰਦਰਮਾ, ਕਈ ਕਰੋੜਾਂ ਸੂਰਗ ਚੜ੍ਹ ਜਾਣ, ਪਰ ਫਿਰ ਵੀ ਇਹ ਸਾਰਾ ਕੁਝ ਅਗਿਆਨ ਹੀ ਹੈ, ਸਾਰਾ ਕੁਝ ਹਨੇਰਾ ਹੀ ਹੈ। ਕਿਉਂਕਿ ਇਹ ਜਿਹੜਾ ਸੰਸਾਰ ਹੈ, ਇਹ ਅਗਿਆਨ ਦੀ ਅੰਸ਼ ਹੈ, ਅਗਿਆਨ ਦੀ, ਇਹ ਮਾਇਆ ਦੀ ਅੰਸ਼ ਹੈ। ਅਗਿਆਨ ਦੇ ਵਿੱਚੋਂ ਹੀ ਸਾਰਾ ਕੁਝ ਜਨਮ ਲੈਂਦਾ ਹੈ। ਅਗਿਆਨ ਦੇ ਵਿੱਚੋਂ ਮਾਇਆ ਨੇ ਜਨਮ ਲਿਆ। ਅਗਿਆਨ ਦੇ ਵਿੱਚੋਂ ਤ੍ਰੈ ਗੁਣ ਦੇਵਤੇ ਜਨਮ ਲੈਂਦੇ ਹਨ। ਅਗਿਆਨ ਦੇ ਵਿੱਚੋਂ ਹੀ ਇਹ ਬ੍ਰਹਿਮੰਡ ਬਣਦਾ ਹੈ। ਅਗਿਆਨ ਦੇ ਵਿੱਚੋਂ ਹੀ ਚੰਦਰਮਾ, ਸੂਰਜ, ਤਾਰੇ, ਅਸਮਾਨ, ਪਲਾਟ, ਧਰਤੀ, ਸਾਰਾ ਕੁਝ ਅਗਿਆਨ ਦੇ ਵਿੱਚੋਂ ਹੀ ਨਿਕਲਦਾ ਹੈ। ਇਸ ਲਈ ਇਸ ਸੰਸਾਰ ਦੀ ਕੋਈ ਹੋਂਦ ਨਹੀਂ ਹੈ। ਜਿਸ ਤਰ੍ਹਾਂ ਅਗਿਆਨ ਦੀ, ਹਨੇਰੇ ਦੀ ਕੋਈ ਹੋਂਦ ਨਹੀਂ, ਜਿਸ ਤਰ੍ਹਾਂ ਪ੍ਰਕਾਸ਼ ਹੋਣ ਦੇ ਨਾਲ ਹਨੇਰਾ ਇੱਕਦਮ ਅਲੋਪ ਹੋ ਜਾਂਦਾ ਹੈ, ਇੱਕਦਮ। ਇਸੇ ਤਰ੍ਹਾਂ ਇਹ ਜੋ ਆਪਾਂ ਅਗਿਆਨ ਅਤੇ ਹਨੇਰਾ ਵੇਖਦੇ ਹਾਂ, ਇਹ ਪਰਮਾਤਮਾ ਦੇ ਪ੍ਰਕਾਸ਼ ਦੀ ਗੈਰ ਹਾਜ਼ਰੀ ਦਾ ਨਤੀਜਾ ਹੈ। ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਹੈ, ਉਹਦੀ ਜਿਹੜੀ ਗੈਰ ਹਾਜ਼ਰੀ ਹੈ, ਉਹਦਾ ਨਤੀਜਾ ਹੈ। ਇਸ ਲਈ ਜੋ ਆਪਾਂ ਵੇਖਦੇ ਹਾਂ ਨਾ ਹਨੇਰੇ ਨੂੰ, ਇਹ ਸਿਰਫ ਪਰਮਾਤਮਾ ਦੀ ਗੈਰ ਹਾਜ਼ਰੀ ਹੈ, ਪਰਮਾਤਮਾ ਦੀ ਗੈਰ ਹਾਜ਼ਰੀ। ਇਸ ਲਈ ਅਗਿਆਨ ਹੈ ਵੀ ਅਤੇ ਨਹੀਂ ਵੀ ਹੈ। ਤੇ ਜੋ ਆਪਾਂ ਆਖਿਆ ਨਾ ਕਿ ਅਗਿਆਨ ਹੈ, ਤੇ ਇਹਦਾ ਮਤਲਬ ਹੈ ਕਿ ਅਗਿਆਨ ਸਾਡੇ ਵਿੱਚ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ ਸਾਡੇ ਵਿੱਚ ਅਗਿਆਨ। ਅਗਿਆਨ ਸਾਡੇ ਵਿੱਚ ਕਿੰਨਾ ਹੈ? ਅਸੀਂ ਉਸ ਪਰਮਾਤਮਾ ਨੂੰ ਗੈਰ ਹਾਜ਼ਰ ਜਾਣਦੇ ਹਾਂ। ਪਰਮਾਤਮਾ ਹੈ ਸਾਡੇ ਅੰਦਰ, ਇਸੇ ਨੂੰ ਅਗਿਆਨ ਆਖਿਆ ਜਾਂਦਾ ਹੈ ਕਿ ਉਹ ਮਾਲਕ ਪਰਿਪੂਰਨ ਪਰਮੇਸ਼ਰ ਸਾਡੇ ਸਰੀਰ ਵਿੱਚ ਬੈਠਾ ਹੈ, ਸਾਡੀ ਦੇਹੀ ਦੇ ਵਿੱਚ 9 ਦਵਾਰਿਆਂ ਤੋਂ ਉੱਪਰ ਬੈਠਾ ਹੈ ਪਰਮਾਤਮਾ, ਜੋ ਸ਼ਬਦ ਸਰੂਪੀ ਸਤਿਗੁਰੂ ਹੈ। 9 ਦਵਾਰਿਆਂ ਤੋਂ ਉੱਪਰ 10ਵੇਂ ਘਰ ਦੇ ਵਿੱਚ ਉਹਦਾ ਵਾਸਾ ਹੈ, ਤੇ ਉਹਨੂੰ ਅਸੀਂ ਵੇਖ ਨਹੀਂ ਸਕਦੇ। ਅਸੀਂ 9 ਦਵਾਰਿਆਂ ਦੇ ਵਿੱਚ ਫਸੇ ਹਾਂ, ਇੱਥੇ ਬੈਠੇ ਹਾਂ, 9 ਦਵਾਰਿਆਂ ਨੂੰ ਹੀ ਸਾਰਾ ਕੁਝ ਮੰਨ ਕੇ ਬੈਠੇ ਹਾਂ। ਇਹ ਅਗਿਆਨ, ਇਹਨੂੰ ਅਗਿਆਨ ਆਖਿਆ ਜਾਂਦਾ ਹੈ। ਤੇ ਜੋ ਆਪਾਂ ਆਖਦੇ ਹਾਂ ਨਾ ਕਿ ਮੈਂ ਉਸ ਬ੍ਰਹਮ ਨੂੰ ਜਾਣਦਾ ਨਹੀਂ, ਬ੍ਰਹਮ ਨੂੰ ਨਾ ਜਾਣਨਾ, ਇਹ ਵੀ ਅਗਿਆਨ ਹੈ। ਤੇ ਅਗਿਆਨ ਦੀ ਹੋਰ ਨਿਸ਼ਾਨੀ ਇਹ ਵੀ ਅਗਿਆਨ ਹੈ ਕਿ ਤ੍ਰੈ ਗੁਣ ਜਿਹੜੇ ਦੇਵਤੇ ਹਨ, ਬ੍ਰਹਮਾ, ਵਿਸ਼ਨੂੰ, ਮਹੇਸ਼, ਈਸ਼ਵਰ, ਇਹਨਾਂ ਨੂੰ ਬ੍ਰਹਮ ਜਾਣਨਾ, ਇਹ ਵੀ ਅਗਿਆਨ ਹੀ ਹੈ। ਕਿਉਂਕਿ ਬ੍ਰਹਮ ਸਾਰਿਆਂ ਤੋਂ ਉੱਪਰ ਹੈ, ਨਿਰਲੇਪ ਹੈ ਬ੍ਰਹਮ। ਬ੍ਰਹਮ ਦੇ ਵਿੱਚ ਬਿਲਕੁਲ ਵੀ ਹਨੇਰਾ ਨਹੀਂ। ਉਹ ਪੈਦਾ ਸਾਰਾ ਕੁਝ ਕਰਦਾ ਏ, ਪਰ ਉਹਦੇ ਵਿੱਚ ਬਿਲਕੁਲ ਵੀ ਅਗਿਆਨ, ਹਨੇਰਾ ਨਹੀਂ ਹੈ। ਇਸ ਲਈ ਜੇ ਅਸੀਂ ਆਖਦੇ ਹਾਂ ਨਾ
ਕਿ ਵਿਸ਼ਨੂੰ ਵੀ ਬ੍ਰਹਮ ਹੈ, ਵਿਸ਼ਨੂੰ ਵੀ ਪਰਮਾਤਮਾ ਹੈ, ਸ਼ਿਵ ਜੀ ਵੀ ਬ੍ਰਹਮ ਹੈ, ਉਹ ਵੀ ਪਰਮਾਤਮਾ ਹੈ। ਤੇ ਜਿਹੜਾ ਬ੍ਰਹਮਾ ਜਿਹਦੇ 3 ਮੁਖ ਟੀਵੀ ਦੇ ਵਿੱਚ ਵਿਖਾਏ ਜਾਂਦੇ ਹਨ, ਫਿਲਮਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਹੈ। ਕਈ ਇਹਦਾ ਖੰਡਨ ਕਰਦੇ ਹਨ, ਪਰ ਧਾਰਮਿਕ ਗ੍ਰੰਥਾਂ ਦੇ ਵਿੱਚ ਇਹਦਾ ਜ਼ਿਕਰ ਹੁੰਦਾ ਹੈ ਕਿ ਉਹਦੇ 3 ਹੀ ਮੁਖ ਹਨ, 3 ਮੁਖ। ਤੇ ਉਸ ਬ੍ਰਹਮਾ ਨੂੰ ਵੀ ਆਪਾਂ ਬ੍ਰਹਮ ਜੇ ਮੰਨ ਲਈਏ, ਉਹਨੂੰ ਵੀ ਪਰਮੇਸ਼ਰ ਕਹੀਏ। ਜੇ ਦੇਵੀ ਨੂੰ ਵੀ ਆਪਾਂ ਪਰਮੇਸ਼ਰ ਕਹੀਏ, ਦੇਵਤਿਆਂ ਨੂੰ ਵੀ ਪਰਮੇਸ਼ਰ ਕਰਕੇ ਪੂਜੀਏ, ਤੇ ਇਹ ਵੀ ਸਾਰਾ ਕੁਝ ਅਗਿਆਨ ਹੀ ਹੈ, ਸਾਰਾ ਕੁਝ ਅਗਿਆਨ। ਤੇ ਅਗਿਆਨ ਦੀਆਂ ਹੋਰ ਨਿਸ਼ਾਨੀਆਂ, ਅਗਿਆਨ ਜਿਹੜਾ ਅਸੀਂ ਆਖ ਦਿੰਦੇ ਹਾਂ ਨਾ ਕਿ ਪਰਮੇਸ਼ਰ, ਸਾਡਾ ਪਰਮੇਸ਼ਰ ਵੱਖਰਾ ਹੈ, ਗੁਰਦੁਆਰੇ ਵਾਲਾ ਮੰਦਰ ਵਾਲਾ ਪਰਮੇਸ਼ਰ ਵੱਖਰਾ ਹੈ। ਗਿਰਜੇ ਘਰ ਵਾਲੇ ਆਖਦੇ ਹਨ ਕਿ ਪਰਮੇਸ਼ਰ ਦਾ ਘਰ ਇੱਕੋ ਹੀ ਹੈ। ਉਹ ਕਿਹੜਾ? ਉਹ ਆਖਦੇ ਹਨ ਗਿਰਜਾ ਘਰ ਹੀ ਪਰਮੇਸ਼ਰ ਦਾ ਘਰ ਹੈ। ਤੇ ਜੇ ਉਹਨਾਂ ਨੂੰ ਪੁੱਛੀਏ ਕਿ ਆ ਮੰਦਰ, ਮਸੀਤ, ਗੁਰਦੁਆਰੇ, ਤੇ ਉਹਨਾਂ ਦਾ ਜਵਾਬ ਹੈ ਇਹ ਪਰਮੇਸ਼ਰ ਦਾ ਘਰ ਨਹੀਂ। ਪਰਮੇਸ਼ਰ ਦਾ ਘਰ ਸਿਰਫ ਗਿਰਜਾ ਘਰ ਹੀ ਹੈ। ਉਹ ਆਖਦੇ ਹਨ ਕਿ ਜੋ ਈਸਾ ਜੀ ਹੋਏ ਹਨ ਨਾ, ਕ੍ਰਾਈਸਟ, ਬਾਈਬਲ ਦੇ ਵਿੱਚ ਬਚਨ ਆਉਂਦਾ ਹੈ ਕਿ ਈਸਾ ਜੀ ਆਪਣੀ ਸੰਗਤ ਨੂੰ ਆਖਦੇ ਹਨ ਕਿ ਮੈਂ ਉਸ ਪਰਮੇਸ਼ਰ ਦਾ ਇਕਲੌਤਾ ਸਪੁੱਤਰ ਹਾਂ। ਤੇ ਇਹ 100% ਸੱਚੀ ਗੱਲ ਹੈ ਕਿ ਈਸਾ ਜੀ ਉਸ ਪਰਮੇਸ਼ਰ ਦੇ ਸਪੁੱਤਰ ਹਨ। ਤੇ ਹੁਣ ਸਾਨੂੰ ਇਹ ਭੁਲੇਖਾ ਪੈ ਗਿਆ ਹੈ, ਇਹਨੂੰ ਅਗਿਆਨ ਆਖਦੇ ਹਨ। ਅਗਿਆਨ ਕੀ ਹੈ? ਸਾਨੂੰ ਅਗਿਆਨ ਦੇ ਖਾਤਰ ਇਹ ਭੁਲੇਖਾ ਪੈ ਗਿਆ, ਮਾਇਆ ਨੇ ਸਾਨੂੰ ਇਸ ਭਰਮ ਦੇ ਵਿੱਚ ਪਾ ਦਿੱਤਾ ਕਿ ਸਿਰਫ ਈਸਾ ਜੀ ਹੀ ਉਸ ਪਰਮੇਸ਼ਰ ਦੇ ਸਪੁੱਤਰ ਹਨ, ਹੋਰ ਕੋਈ ਵੀ ਨਹੀਂ। ਤੇ ਇਹ ਅਗਿਆਨ ਹੈ। ਤੇ ਧੰਨ ਗੁਰੂ ਬਾਣੀ ਨੇ ਆਖਿਆ ਹੈ, ਅਵਲ ਅੱਲ੍ਹੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਦੋਂ ਆਦਿ ਦੇ ਵਿੱਚ ਇਕੱਲਾ ਪਰਮੇਸ਼ਰ ਸੀ, ਆਦਿ ਦੇ ਵਿੱਚ ਕੁਝ ਵੀ ਨਹੀਂ ਸੀ, ਕੁਝ ਵੀ ਨਹੀਂ ਸੀ, ਬ੍ਰਹਿਮੰਡ ਵੀ ਨਹੀਂ ਸੀ, ਤਾਰੇ, ਆਕਾਸ਼, ਚੰਦਰਮਾ ਕੁਝ ਵੀ ਨਹੀਂ ਸੀ। ਉਦੋਂ ਸਿਰਫ ਪਰਮੇਸ਼ਰ ਤੇ ਸ਼ਬਦ ਹੀ ਸੀ। ਫਿਰ ਉਸ ਪ੍ਰਕਾਸ਼ ਰੂਪੀ ਬ੍ਰਹਮ ਦੇ ਵਿੱਚੋਂ, ਪਰਮੇਸ਼ਰ ਦੇ ਵਿੱਚੋਂ ਸਾਰੇ ਬ੍ਰਹਿਮੰਡ ਦੀ ਉਤਪਤੀ ਹੋਈ। ਇਸ ਲਈ ਸਾਰਾ ਬ੍ਰਹਿਮੰਡ, ਜਿੰਨੇ ਵੀ ਜੀਵ ਜੰਤੂ ਹਨ, ਮਨੁੱਖ ਜਾਤੀ ਹੈ, ਸਾਰਾ ਕੁਝ ਪਰਮੇਸ਼ਰ ਦੇ ਵਿੱਚੋਂ ਹੀ ਆਇਆ ਹੈ। ਤੇ ਧੰਨ ਸ਼੍ਰੀ ਗੁਰੂ ਬਾਣੀ ਨੇ ਪਤਾ ਕੀ ਆਖਿਆ ਹੈ? ਧੰਨ ਗੁਰੂ ਬਾਣੀ ਆਖਦੀ ਹੈ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ ਕਿ ਪਰਮੇਸ਼ਰ ਇੱਕੋ ਹੀ ਹੈ ਤੇ ਅਸੀਂ ਸਾਰੇ ਉਸ ਪਰਮੇਸ਼ਰ ਦੇ ਹੀ ਬੱਚੇ ਹਾਂ। ਜੇ ਗੁਰੂ ਨਾਨਕ ਸਾਹਿਬ ਉਸ ਪਰਮੇਸ਼ਰ ਦੇ ਸਪੁੱਤਰ ਹਨ, ਜੇ ਸ਼੍ਰੀ ਰਾਮ ਚੰਦਰ, ਸ਼੍ਰੀ ਕ੍ਰਿਸ਼ਨ, ਜੇ ਈਸਾ ਜੀ, ਮੁਹੰਮਦ ਸਾਹਿਬ, ਜੇ ਇਹ ਪਰਮੇਸ਼ਰ ਦੇ ਵਿੱਚੋਂ ਆਏ, ਜੇ ਇਹ ਪਰਮੇਸ਼ਰ ਦੇ ਬੱਚੇ ਹਨ, ਤੇ ਅਸੀਂ ਵੀ ਉਸ ਪਰਮੇਸ਼ਰ ਦੇ ਵਿੱਚੋਂ ਹੀ ਆਏ ਹਾਂ। ਇਸ ਲਈ ਇਹ ਅਗਿਆਨ ਦਾ ਰੂਪ ਹੈ, ਜਿਹੜਾ ਅਸੀਂ ਆਖ ਦਿੰਦੇ ਹਾਂ ਕਿ ਸਿਰਫ ਸਤਿਗੁਰੂ ਗੁਰੂ ਨਾਨਕ, ਜਾਂ ਸਿਰਫ ਈਸਾ ਜੀ, ਜਾਂ ਸਿਰਫ ਸ੍ਰੀ ਰਾਮ ਚੰਦਰ ਹੀ ਉਸ ਪਰਮੇਸ਼ਰ ਦੇ ਪੁੱਤਰ ਹਨ, ਹੋਰ ਕੋਈ ਵੀ ਨਹੀਂ। ਅਸਲ ਵਿੱਚ ਧਾਰਮਿਕ ਗ੍ਰੰਥਾਂ ਦੀ ਜਿਹੜੀ ਬਾਣੀ ਹੈ ਨਾ,
ਉਹ ਸਾਡੀ ਸਮਝ ਤੋਂ ਬਹੁਤ ਪਰੇ ਦੀ ਖੇਡ ਹੈ। ਧਾਰਮਿਕ ਗ੍ਰੰਥਾਂ ਦੀ ਬਾਣੀ ਸਾਡੇ ਸਮਝ ਵਿੱਚ ਨਹੀਂ ਆ ਰਹੀ। ਭਾਵੇਂ ਧਾਰਮਿਕ ਗ੍ਰੰਥ ਹੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਭਾਵੇਂ ਕੁਰਾਨ ਸ਼ਰੀਫ ਹੈ, ਹੋਲ ਬਾਈਬਲ ਹੈ, ਇਹਨਾਂ ਦੇ ਵਿੱਚ ਪਰਮੇਸ਼ਰ ਦੀ ਬਾਣੀ ਲਿਖੀ ਹੈ ਤੇ ਪਰਮੇਸ਼ਰ ਦੀ ਜਿਹੜੀ ਬਾਣੀ ਹੈ ਉਹ ਅਗਿਆਨ ਤੋਂ ਪਰੇ ਹੈ। ਪਰਮੇਸ਼ਰ ਦੀ ਬਾਣੀ, ਪਰਮੇਸ਼ਰ ਦੇ ਬਚਨ ਉਹ ਤੇ ਪ੍ਰਕਾਸ਼ ਸਰੂਪ ਹਨ, ਉਹ ਲਾਈਟ ਸਰੂਪ ਹਨ, ਉਹ ਚਾਨਣ ਸਰੂਪ ਹਨ ਤੇ ਸਾਡੇ ਅੰਦਰ ਹਨੇਰਾ ਹੈ। ਇਸ ਲਈ ਅਸੀਂ ਉਸ ਚਾਨਣ ਸਰੂਪ ਪਰਮੇਸ਼ਰ ਦੇ ਬਚਨਾਂ ਨੂੰ ਸਮਝ ਨਹੀਂ ਸਕਦੇ। ਇਸ ਲਈ ਇਹ ਵੀ ਅਗਿਆਨ ਹੈ। ਜਿਹੜਾ ਅਸੀਂ ਆਖ ਦਿੰਦੇ ਹਾਂ ਕਿ ਗੁਰੂ ਘਰ ਸਿੱਖਾਂ ਦਾ ਰੱਬ ਵੱਖਰਾ ਹੈ, ਹਿੰਦੂਆਂ ਦਾ ਰੱਬ ਵੱਖਰਾ, ਇਹ ਵੀ ਅਗਿਆਨ ਹੈ। ਤੇ ਜਿਹੜੇ ਵਿਦਾਂਤ ਲਿਖੇ ਹਨ, ਜਿਹੜੇ 4 ਵੇਦ, ਵੇਦਾਂਤਾਂ ਦੇ ਵਿੱਚ ਲਿਖਿਆ ਹੈ ਏਕੋ ਬ੍ਰਹਮ ਦੁਤੀਆ ਨਾਸਤ, ਕਿ ਇੱਕੋ ਹੀ ਬ੍ਰਹਮ ਹੈ ਤੇ ਬਾਕੀ ਜਿੰਨਾ ਵੀ ਆਪਾਂ ਪਸਾਰਾ ਵੇਖਦੇ ਹਾਂ ਨਾ, ਏਕੋ ਬ੍ਰਹਮ ਦੁਤੀਆ ਨਾਸਤ, ਇਹ ਵੇਦਾਂਤਾਂ ਦਾ ਬਚਨ ਹੈ। ਜਿਹੜੇ 4 ਵੇਦ ਹਨ ਉਹਨਾਂ ਦੇ ਵਿੱਚ ਲਿਖਿਆ ਹੈ। ਵੇਦ ਵੀ ਆਖਦੇ ਹਨ ਕਿ ਬ੍ਰਹਮ ਇੱਕੋ ਹੀ ਹੈ, ਏਕੋ ਬ੍ਰਹਮ ਦੁਤੀਆ ਨਾਸਤ। ਵੇਦ ਵੀ ਆਖਦੇ ਹਨ 4 ਵੇਦ ਕਿ ਬ੍ਰਹਮ ਪਰਮੇਸ਼ਰ ਇੱਕ ਹੈ ਤੇ ਬਾਕੀ ਆਪਾਂ ਜਿੰਨਾ ਵੀ ਪਸਾਰਾ ਵੇਖਦੇ ਹਾਂ ਇਹ ਨਾਸ਼ਵਰ ਹੈ, ਨਾਸ਼ਵੰਤ ਹੈ, ਇਹ ਅਗਿਆਨ ਹੈ ਤੇ ਅਗਿਆਨ ਮਾਇਆ ਦੀ ਕੋਈ ਵੀ ਹੋਂਦ ਨਹੀਂ। ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਇਹੀ ਆਖਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਖਦੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਦਾ ਦਾਤਾ ਇੱਕ ਪਰਮੇਸ਼ਰ ਹੈ। ਗੁਰੂ ਨਾਨਕ ਸਾਹਿਬ ਨੇ ਆਰੰਭ ਦੇ ਵਿੱਚ ਲਿਖ ਦਿੱਤਾ, ਇੱਕ ਓੰਕਾਰ, ਕਿ ਪਰਮੇਸ਼ਰ ਬ੍ਰਹਮ ਇੱਕੋ ਹੀ ਹੈ। ਤੇ ਉਸ ਤੋਂ ਬਿਨਾਂ ਆਪਾਂ ਜਿੰਨਾ ਵੀ ਪਸਾਰਾ ਵੇਖਦੇ ਹਾਂ ਇਹ ਸਾਰਾ ਕੁਝ ਅਗਿਆਨ ਹੀ ਹੈ। ਇਸ ਲਈ ਇਹ ਜਿਹੜਾ ਅਗਿਆਨ ਹੈ, ਇਹ ਅਗਿਆਨ ਇਸ ਕਰਕੇ ਹੈ ਕਿਉਂਕਿ ਸਾਡੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਨਹੀਂ ਤੇ ਪਰਮਾਤਮਾ ਦੇ ਪ੍ਰਕਾਸ਼ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਇਹ ਅਗਿਆਨ ਰਹਿੰਦਾ ਹੈ। ਅਗਿਆਨ ਤੇ ਜਿਸ ਦਿਨ ਆਪਾਂ ਸਤਿਗੁਰ ਦੇ ਨਾਲ ਜੁੜ ਜਾਵਾਂਗੇ, ਸਤਿਗੁਰ ਦੇ ਬਚਨਾਂ ਨੂੰ ਮੰਨ ਕੇ ਤੇ ਉਸ ਬ੍ਰਹਮ ਦਾ, ਓੰਕਾਰ ਦਾ ਚਿੰਤਨ ਕਰਾਂਗੇ, ਉਹਦੇ ਨਾਮ ਨਾਲ ਜੁੜ ਜਾਵਾਂਗੇ, ਜਦੋਂ ਗਿਆਨ ਰੂਪੀ ਸੁਰਮਾ ਸਤਿਗੁਰ ਨੇ ਸਾਡੇ ਨੇਤਰਾਂ ਵਿੱਚ ਪਾ ਦਿੱਤਾ, ਉਸ ਦਿਨ ਇਹ ਅਗਿਆਨ ਰੂਪੀ ਹਨੇਰਾ ਸਾਡੇ ਵਿੱਚ ਨਹੀਂ ਰਵੇਗਾ। ਅਗਿਆਨ ਤੇ ਗਿਆਨ ਇਹ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਜਿਸ ਤਰ੍ਹਾਂ ਚਾਨਣ ਤੇ ਪ੍ਰਕਾਸ਼ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਜਦੋਂ ਸਤਿਗੁਰੂ ਸਾਡੇ ਨੇਤਰਾਂ ਦੇ ਵਿੱਚ, ਆਹ ਨੇਤਰ ਨਹੀਂ ਜੋ ਸਾਡੇ ਕੋਲ ਹਨ, ਉਹ ਸੂਖਮ ਨੇਤਰ ਹਨ, ਜਦੋਂ ਸਤਿਗੁਰੂ ਉਹਨਾਂ ਨੇਤਰਾਂ ਦੇ ਵਿੱਚ ਨਾਮ ਰੂਪੀ, ਸ਼ਬਦ ਰੂਪੀ ਸੁਰਮਾ ਪਾ ਦੇਣਗੇ, ਗਿਆਨ ਰੂਪੀ ਸੁਰਮਾ, ਤੇ ਗਿਆਨ ਰੂਪੀ ਸੁਰਮਾ ਪੈਣ ਦੇ ਨਾਲ ਹੀ ਅਗਿਆਨ ਰੂਪੀ ਹਨੇਰਾ ਅੰਦਰੋਂ ਨਿਕਲ ਜਾਵੇਗਾ। ਧੰਨ ਗੁਰਦੇਵ ਨੇ ਆਖਿਆ, ਗਿਆਨ ਅੰਜਨ, ਅੰਜਨ ਆਖਦੇ ਹਨ ਸੁਰਮੇ ਨੂੰ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਤੇ ਉਹ ਜਿਹੜਾ ਗਿਆਨ ਰੂਪੀ ਸੁਰਮਾ ਸਤਿਗੁਰ ਨੇ ਸਾਨੂੰ ਦਿੱਤਾ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹੁਣ ਇਹ ਜਿਹੜਾ ਗਿਆਨ ਰੂਪੀ ਸੁਰਮਾ ਸਤਿਗੁਰ ਨੇ ਸਾਨੂੰ ਦਿੱਤਾ ਹੈ, ਇਹ ਸਾਡੇ ਨੇਤਰਾਂ ਵਿੱਚ ਪਾਵੇਗਾ ਕੌਣ? ਤੇ ਫਿਰ ਧੰਨ ਗੁਰੂ ਪਿਤਾ ਨੇ ਅੱਗੇ ਲਿਖਿਆ ਹੈ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸੰਤ ਜਨ ਸਾਡੇ ਨੇਤਰਾਂ ਦੇ ਵਿੱਚ
ਇਹ ਗਿਆਨ ਰੂਪੀ ਸੁਰਮਾ ਪਾ ਦੇਣਗੇ। ਇਸ ਲਈ ਅਗਿਆਨ ਹੈ ਵੀ ਹੈ ਤੇ ਗਿਆਨ ਨਹੀਂ ਵੀ ਹੈ। ਅਗਿਆਨ ਉਸੇ ਕਰਕੇ ਹੈ ਕਿਉਂਕਿ ਪਰਮਾਤਮਾ ਦੀ ਗੈਰ ਹਾਜ਼ਰੀ ਹੈ ਤੇ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦੇ। ਉਹ ਸਾਡੇ ਅੰਦਰ ਬੈਠਾ ਹੈ ਮਾਲਕ ਤੇ ਅਸੀਂ ਉਸ ਪਰਮਾਤਮਾ ਨੂੰ, ਬ੍ਰਹਮ ਨੂੰ, ਪਰਮੇਸ਼ਰ ਨੂੰ ਗੈਰ ਹਾਜ਼ਰ ਜਾਣਦੇ ਹਾਂ। ਇਸੇ ਕਰਕੇ ਅਸੀਂ ਅਗਿਆਨੀ ਕਹਾਉਂਦੇ ਹਾਂ। ਤੇ ਇਹ ਅਗਿਆਨ ਓਨੇ ਸਮੇਂ ਤੱਕ ਹੀ ਹੈ ਜਿੰਨੇ ਸਮੇਂ ਤੱਕ ਪਰਮੇਸ਼ਰ ਤੇ ਉਹਦਾ ਨਾਮ ਸਾਡੇ ਅੰਦਰੋਂ ਪ੍ਰਗਟ ਨਹੀਂ ਹੋ ਜਾਂਦਾ ਜੀ।